ਸਮਝੋ ਇਹ ਅੱਜ ਦੇ ਯੁੱਗ ਦਾ ਇੱਕ ਮਾਡਲ ਹੈ। बहुत प्यारा मॉडल है। यस, वेरी इंस्पायरिंग मॉडल, वेरी प्रॉमिसिंग मॉडल। मेरा यही मॉडल है ਤੇ ਕੋਈ ਵੀ ਕੰਪਨੀ ਮੈਂ ਸ਼ੁਰੂ ਕਰਾਂਗੀ ਆਈ ਐਮ ਕਮਿੰਗ ਇਨ ਅਦਰ ਸੈਕਟਰਸ ਆਲਸੋ ਜਿਵੇਂ HR ਕੰਸਲਟੈਂਸੀ ਹੈ। ਸੋ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੀ ਜਿਹੜੀ ਬ੍ਰੈਕਟ ਆ ਕੰਮ ਕਰਨ ਦੀ ਉਹ ਹੈਗੀ ਆ ਅਨਇੰਪਲੋਇਡ ਐਜੂਕੇਟਿਡ ਯੂਥ। ਦੈਟ ਇਜ਼ ਮਾਈ ਬ੍ਰੈਕਟ। ਇਸ ਬ੍ਰੈਕਟ ਤੇ ਮੈਂ ਕੰਮ ਕਰਨਾ। ਵਾਈਟ ਕਾਲਰ ਜੌਬਸ ਜਨਰੇਟ ਕਰਾਂਗੇ ਰੂਰਲ ਏਰੀਆਜ਼ ਦੇ ਵਿੱਚ, ਰਿਵਰਸ ਮਾਈਗ੍ਰੇਟ ਕਰਾਂਗੇ ਜਿੱਥੇ ਕਿ ਅਸੀਂ ਪਿੰਡ ਦੇ ਵਿੱਚ ਆਲਰੇਡੀ 120 ਦੀ ਐਗਜ਼ਾਮਪਲ ਅਸੀਂ ਸੈੱਟ ਕੀਤੀ। ਵਾਕਿੰਗ ਡਿਸਟੈਂਸ ਤੇ ਬੱਚਾ 50,000 ਸੈਲਰੀ ਲੈ ਸਕਦਾ, 30,000 ਸੈਲਰੀ ਲੈ ਸਕਦਾ। ਤੇ ਪੰਜਾਬ ਦੀ ਕੁੜੀਆਂ ਨੇ ਦੇਸ਼ ਭਰ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਵਿਦੇਸ਼ਾਂ 'ਚ ਵੀ ਆਪਣਾ ਨਾਮ ਚਮਕਾਇਆ ਹੈ। ਲੇਕਿਨ ਅੱਜ ਅਸੀਂ ਉਸ ਮਹਿਲਾ ਦੀ ਗੱਲ ਕਰ ਰਹੇ ਹਾਂ ਜਿਸ ਮਹਿਲਾ ਕੋਲ ਅੱਜ ਲੋਕ ਸਿੱਖਣ ਵਾਸਤੇ ਆਉਂਦੇ ਆ। ਜੀ ਹਾਂ, ਪੰਜਾਬ ਦੀ IT ਗਰਲ ਮਨਦੀਪ ਕੌਰ ਟਾਂਗਰਾ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਅੱਜ ਸੰਸਥਾਨ ਦੇ ਵਿੱਚ ਵੀਰ ਦਵਿੰਦਰ ਸਿੰਘ ਜੋ ਕਿ ਸਾਬਕਾ ਡਿਪਟੀ ਸਪੀਕਰ ਨੇ, ਉਹ ਅੱਜ ਪੁੱਜੇ ਨੇ। ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅਸੀਂ ਉਸ ਵਿਜ਼ਿਟ ਦੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ ਮਨਦੀਪ ਕੌਰ ਟਾਂਗਰਾ ਜੋ ਕਿ ਇੱਕ ਛੋਟੀ ਜੀ ਇੱਕ ਘਰ 'ਚੋਂ ਉੱਠੀ, ਇੱਕ ਛੋਟੀ ਜੀ ਇੱਕ ਘਰ ਤੋਂ ਉੱਠ ਕੇ ਅੱਜ ਜਿਹੜਾ ਹੈ ਅੱਜ ਇੱਕ ਐਮਪਾਇਰ ਤਿਆਰ ਕੀਤਾ ਹੈ। ਔਰ ਅੱਜ ਇਸ ਐਮਪਾਇਰ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅੱਜ ਉਹਨਾਂ ਕੋਲੋਂ ਸਿੱਖ ਲੈਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਨੇ। ਤੇ ਇੱਥੋਂ ਤੱਕ ਕਿ ਸਾਬਕਾ ਡਿਪਟੀ ਸਪੀਕਰ ਜਿਹੜੇ ਨੇ ਵੀਰ ਦਵਿੰਦਰ ਸਿੰਘ, ਤੁਸੀਂ ਆਪਣੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਿਲ ਰਹੇ ਨੇ। ਤਾਂ ਇਸ ਤਰੀਕੇ ਦਾ ਜਿਹੜਾ ਇੱਕ ਸੈਕਟਰ ਜਿਹੜਾ ਉਹਨਾਂ ਵੱਲੋਂ ਡਿਵੈਲਪ ਕੀਤਾ ਗਿਆ ਸੀ, ਉਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਸੀਂ ਇਸ ਵਿਜ਼ਿਟ ਦੀਆਂ ਨੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਉਹਨਾਂ ਵੱਲੋਂ ਇੱਕ ਵਿਜ਼ਿਟ ਕੀਤੀ ਜਾ ਰਹੀ ਹੈ। ਤਾਂ ਉਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਜਿਹੜੇ ਵਿਸ਼ੇਸ਼ ਮਹਿਮਾਨ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਸਰ, ਕੀ ਕਹਿਣਾ ਚਾਹੋਗੇ, ਤੁਸੀਂ ਵਿਜ਼ਿਟ ਕੀਤਾ, ਕਿੱਦਾਂ ਦਾ ਲੱਗਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਡਲ ਅਗਰ ਐਸਟੈਬਲਿਸ਼ ਹੁੰਦੇ ਹੈ ਤਾਂ ਪੰਜਾਬ ਵਾਸਤੇ ਕਿੰਨੇ ਬੈਨੀਫਿਸ਼ਰੀ? ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਹਨੂੰ ਸਾਰੇ ਪੰਜਾਬ ਨੂੰ ਫੋਲੋ ਕਰਨਾ ਚਾਹੀਦਾ। ਔਰ ਇਸ ਮਾਡਲ ਦੀ ਜਿਹਨੂੰ ਮਨਦੀਪ ਕੌਰ ਹੋਰੀ ਟਾਂਗਰਾ ਮਾਡਲ ਆਖਦੇ ਨੇ, ਇਹਦੀ ਸ਼ੋਕੇਸਿੰਗ ਦੇ ਵਾਸਤੇ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ, ਸਾਡੀਆਂ ਯੂਨੀਵਰਸਿਟੀਆਂ ਨੂੰ ਅੱਗੇ ਆਉਣਾ ਚਾਹੀਦਾ। ਔਰ ਤਾਂ ਕਿ ਬੱਚੇ ਜਿਹੜੇ ਨੇ ਆਈ ਐਮ ਸ਼ੋਰ ਕਿ ਉਹਨਾਂ ਨੂੰ ਬੜੀ ਇੰਸਪੀਰੇਸ਼ਨ ਮਿਲੇਗੀ। ਸਮਝੋ ਇਹ ਅੱਜ ਦੇ ਯੁੱਗ ਦਾ ਇੱਕ ਮਾਡਲ ਹੈ। ਬਹੁਤ ਪਿਆਰਾ ਮਾਡਲ ਹੈ। ਯੈਸ, ਵੈਰੀ ਇੰਸਪਾਇਰਿੰਗ ਮਾਡਲ, ਵੈਰੀ ਪ੍ਰੋਮਿਸਿੰਗ ਮਾਡਲ। ਤੁਸੀਂ ਦੁਨੀਆ ਭਰ ਦੇ ਕੰਟਰੀ 'ਚ ਗਏ ਹੋ, ਅਕਸਰ ਅਸੀਂ ਕਹਿੰਦੇ ਕਿ ਯੂਥ ਨੂੰ ਅੱਗੇ ਲਿਆਉਣ ਦੀ ਲੋੜ ਹੈ। ਕੀ ਸਮਝਦੇ ਹੋ ਕਿ ਅੱਜ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ ਹੈ ਤੇ ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਕਿਆ ਯੂਥ ਨੂੰ ਰੋਕਣ 'ਚ ਕਾਮਯਾਬ ਹੋਣਗੇ? ਬਿਲਕੁਲ ਹੋਣਗੇ। ਮੈਂ ਸਮਝਦਾ ਯੂਥ ਸਾਡਾ ਜਿਹੜਾ ਹੈਗਾ ਨਾ, ਲੈਕ ਆਫ ਅਪਰਚੂਨਿਟੀ ਇੱਥੋਂ ਜਾ ਰਿਹਾ। ਅਸੀਂ ਯੂਥ ਦੇ ਸਾਹਮਣੇ ਕੋਈ ਅਪਰਚੂਨਿਟੀਜ਼ ਨਹੀਂ ਪਰੋਸ ਸਕੇ, ਉਹਨੂੰ ਮੌਕੇ ਨਹੀਂ ਦਿੱਤੇ। ਅਸੀਂ ਯੂਥ ਫਰਸਟ੍ਰੇਟ ਹੋ ਕੇ ਜਾ ਰਿਹਾ। ਇਸ ਕਰਕੇ ਅੱਜ ਲੋੜ ਹੈ ਯੂਥ ਨੂੰ ਮੌਕੇ ਦੇਣ ਦੀ, ਅਪਰਚੂਨਿਟੀਜ਼ ਦੇਣ ਦੀ। ਅਤੇ ਅਪਰਚੂਨਿਟੀਜ਼ ਜਿਹੜੀਆਂ ਨੇ ਅਸੀਂ ਦੇਵਾਂਗੇ ਅਤੇ ਅਪਰਚੂਨਿਟੀਜ਼ ਵੀ ਜਿਹੜੀਆਂ ਨੇ ਉਹ ਮੀਨਿੰਗਫੁਲ ਵੀ ਹੋਣ, ਗੇਨਫੁਲ ਵੀ ਹੋਣ, ਬਹੁਤ ਗੇਨਫੁਲ ਅਪਰਚੂਨਿਟੀ। ਅਤੇ ਫਿਰ ਕੋਈ ਵਜ੍ਹਾ ਨਹੀਂ ਹੈ ਕਿ ਯੂਥ ਬਾਹਰ ਜਾ ਕੇ ਮਜ਼ਦੂਰੀ ਕਰੇ ਜਾਂ ਡਰਾਈਵਰੀਆਂ ਕਰਨ। ਇੱਥੇ ਹੀ ਸਾਰਾ ਕੁਛ ਹੈ। ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਮੈਂ ਸਾਰੀ ਦੁਨੀਆ ਘੁੰਮੇ ਆਇਆ, ਮੇਰਾ ਕਿਤੇ ਜੀ ਨਹੀਂ ਲੱਗਦਾ। ਮੈਂ 10 ਦਿਨ ਬਾਅਦ ਤਰਸਦਾ ਅਤੇ ਤੜਫਦਾ ਆਪਣੀ ਮਿੱਟੀ 'ਚ ਵਾਪਸ ਆਉਣ ਲਈ। ਸਾਡੀ ਕੋਈ ਪਛਾਣ ਨਹੀਂ ਹੈ, ਸਾਡੀ ਪਛਾਣ ਇੱਥੇ ਹੀ ਹੈ, ਆਪਣੀ ਮਿੱਟੀ ਨਾਲ ਹੀ ਹੈ। ਔਰ ਮਿੱਟੀ ਜੇ ਮਤਰੇਈ ਹੋ ਜਾਏ ਤਾਂ ਬੰਦੇ ਦੇ ਪੱਲੇ ਕੱਖ ਨਹੀਂ ਰਹਿੰਦਾ। ਅਤੇ ਮਿੱਟੀ ਉਦੋਂ ਅੱਕ ਕੇ ਮਤਰੇਈ ਹੁੰਦੀ ਹੈ ਜਦੋਂ ਬੰਦੇ ਮਿੱਟੀ ਨੂੰ ਮਿੱਧਣਾ ਸ਼ੁਰੂ ਕਰ ਦੇਣ ਨਾ, ਪਿੱਠ ਕਰ ਜਾਣ ਆਪਣੀ ਮਿੱਟੀ ਨਾਲ, ਆਪਣੇ ਵਤਨ ਨਾਲ, ਆਪਣੇ ਰੁੱਖਾਂ ਨਾਲ, ਧਰਤੀ ਨਾਲ, ਮਾਂ ਪਿਓ ਨਾਲ, ਆਪਣੇ ਕਲਚਰ ਨਾਲ, ਫਿਰ ਮਿੱਟੀ ਮਤਰੇਈ ਹੁੰਦੀ ਹੈ। ਅਤੇ ਜਦੋਂ ਮਿੱਟੀ ਮਤਰੇਈ ਹੋ ਜਾਏ ਫਿਰ ਬੰਦੇ ਦੇ ਪੱਲੇ ਕੱਖ ਨਹੀਂ ਰਹਿੰਦਾ, ਸਮਾਜ ਦੇਸ਼ ਸਭ ਬਰਬਾਦ ਹੋ ਜਾਂਦਾ। ਆਖਰੀ ਸਵਾਲ ਆਗਾ, ਕਣਕ ਝੋਨੇ ਵਾਲੇ ਪੰਜਾਬ ਦੇ ਵਿੱਚ IT ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਕਣਕ ਝੋਨਾ ਤਾਂ ਜਿਹੜਾ ਹੈਗਾ ਉਹ ਤਾਂ ਸਾਡਾ ਅੰਨ ਹੈਗਾ, ਉਹ ਤਾਂ ਸਦੀਆਂ ਤੋਂ ਪੈਦਾ ਹੁੰਦਾ ਆਇਆ। ਔਰ ਉਹਨੇ ਜਦ ਤੱਕ ਮਨੁੱਖ ਰਹੇਗਾ, ਜਦ ਤੱਕ ਮਨੁੱਖ ਦੇ ਪੇਟ ਲੱਗਿਆ ਹੋਇਆ, ਉਦੋਂ ਤੱਕ ਭੁੱਖ ਰਹੇਗੀ। ਜਦ ਤੱਕ ਭੁੱਖ ਰਹੇਗੀ ਤਦ ਤੱਕ ਅੰਨ ਦੀ ਲੋੜ ਰਹੇਗੀ। ਇਹ ਤਾਂ ਕਦੇ ਨਾ ਖਤਮ ਹੋਣ ਵਾਲਾ ਸਫ਼ਰ ਹੈ।
ਲੇਕਿਨ ਇਹ ਜ਼ਿੰਦਗੀ ਦਾ ਦੂਸਰਾ ਸ਼ੋਭਾ ਹੈਗਾ ਜਿਹੜੀ ਅਸੀਂ ਅੱਜ ਇੱਕ ਗਲੋਬਲਾਈਜ਼ਡ ਵਰਲਡ 'ਚ ਰਹਿ ਰਹੇ ਹਾਂ। ਸਾਰੀ ਦੁਨੀਆ ਸੁੰਗੜ ਕੇ ਇੱਕ ਪਿੰਡ ਬਣ ਗਈ ਹੈ। ਕਦੇ ਸੋਚਿਆ ਸੀ ਵੀ ਤੁਸੀਂ ਇੱਕ ਛੋਟੇ ਜਿਹੇ 10 ਬਾਈ 10 ਦੇ ਕਮਰੇ 'ਚ ਬਹਿ ਕੇ ਇੱਕ ਖੂੰਜੇ 'ਚ ਕੰਪਿਊਟਰ ਰੱਖ ਕੇ ਦੁਨੀਆ ਭਰ ਦੇ ਨੌਲੇਜ ਭੰਡਾਰਾਂ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੋ? ਤਾਂ ਉਸ ਪਿੰਡ ਦੇ ਵਿੱਚ ਇਸ ਪਿੰਡ ਦੀ ਕਿੰਨੀ ਵੱਡੀ ਮਹੱਤਤਾ ਜਿਹੜਾ ਗਲੋਬਲ ਵਿਲੇਜ ਦੇ ਵਿੱਚ ਇਸ ਵਿਲੇਜ ਦੀ? ਦੇਖੋ ਜੀ, ਮੈਂ ਇੰਨੀ ਦੂਰੋਂ ਚੱਲ ਕੇ ਆਇਆ। ਮੈਂ ਸਵੇਰੇ 7 ਵਜੇ ਪਟਿਆਲੇ ਤੋਂ ਤੁਰਿਆ। ਇਸ ਪਿੰਡ ਦੀ ਉਹ ਜਿਹੜੀ ਮਹੱਤਤਾ ਹੈ ਉਹ ਔਰ ਜੋ ਇਹਨਾਂ ਦੀ ਸਾਧਨਾ ਹੈ ਉਹਨੂੰ ਸਲੂਟ ਕਰਨ ਵਾਸਤੇ ਹੀ ਅਸੀਂ ਆਏ ਹਾਂ। ਸਾਰਾ ਪੰਜਾਬ ਆਏਗਾ ਇੱਥੇ, ਦੇਖਿਓ ਤੁਸੀਂ। ਹਾਂ, ਇਦੋਂ ਬਾਅਦ ਸ਼ੁਰੂ ਹੋ ਜਾਏਗੀ ਲੜੀ। ਇਸ ਤਰ੍ਹਾਂ ਦੇ ਲੋਕਾਂ ਨੂੰ ਇੱਕ ਕਿਸੇ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਅਵਾਰਡਸ ਦੇ ਨਾਲ ਨਵਾਜਿਆ ਜਾਣਾ ਚਾਹੀਦਾ ਤਾਂ ਕਿ ਇੰਸਪੀਰੇਸ਼ਨ ਹੋਰ ਲੋਕਾਂ ਵਾਸਤੇ ਆਵੇ। ਦੇਖੋ, ਗੱਲ ਇਹ ਹੈ ਵੀ ਮਨਦੀਪ ਕੌਰ ਹੋਰਾਂ ਨੇ ਕਹਿ ਦਿੱਤਾ ਮੈਨੂੰ ਤਾਂ ਲੋੜ ਨਹੀਂ ਹੈ, ਇਹਨਾਂ ਨੂੰ ਤਾਂ ਲੋੜ ਨਹੀਂ ਹੈ। ਲੇਕਿਨ ਇਹ ਹੈ ਭਈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਨਾ ਵੀ ਆਪਣੀ ਮਿਹਨਤ ਨਾਲੋਂ ਆਪਣੀ ਤਰੱਕੀ ਨਾਲੋਂ ਜਿੰਨਾ ਮੈਨੂੰ ਪਿਆਰ ਮਿਲ ਰਿਹਾ, ਜਿਵੇਂ ਰਿਕਗਨੀਸ਼ਨ ਮਿਲ ਰਹੀ ਹੈ, ਇਹ ਸਮਝਦੇ ਨੇ ਕਿ ਬਹੁਤ ਹੈ। ਪਰ ਮੈਂ ਸਮਝਦਾ ਵੀ ਅਸੀਂ ਇਹਨਾਂ ਦੀ ਰਿਕਗਨੀਸ਼ਨ ਦੇ ਵਿੱਚੋਂ ਪੰਜਾਬ ਦੇ ਵਾਸਤੇ ਕੁਝ ਕੱਢਣਾ ਚਾਹੁੰਦੇ ਹਾਂ, ਪੰਜਾਬ ਦੇ ਯੂਥ ਵਾਸਤੇ ਕੱਢਣਾ ਚਾਹੁੰਦੇ ਹਾਂ। ਠੀਕ ਹੈ ਨਾ? ਉਹ ਤਦ ਹੀ ਨਿਕਲੇਗਾ ਜੇ ਇਹਨਾਂ ਨੂੰ ਵੱਡੀ ਕੈਨਵਸ 'ਤੇ ਸ਼ੀ ਇਜ਼ ਟੂ ਬੀ ਇੰਟਰੋਡਿਊਸਡ and her model is to be showcased. It's a bigger canvas. ਮੈਮ, ਤੁਹਾਡਾ ਨੈਕਸਟ ਮਾਡਲ ਕੀ ਹੋਏਗਾ? ਕਿਉਂਕਿ ਇਸ ਮਾਡਲ ਦੀ ਬਹੁਤ ਚਰਚਾ ਹੋ ਚੁੱਕੀ, ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੀ ਆਮ ਜਨਤਾ ਤੱਕ ਚਰਚਾ ਹੋ ਚੁੱਕੀ ਹੈ। ਹੁਣ ਤੁਹਾਡਾ ਨੈਕਸਟ ਮਾਡਲ ਕੀ ਹੈ? ਮੇਰਾ ਇਹੀ ਮਾਡਲ ਆ ਤੇ ਕੋਈ ਵੀ ਕੰਪਨੀ ਮੈਂ ਸ਼ੁਰੂ ਕਰਾਂਗੀ ਆਈ ਐਮ ਕਮਿੰਗ ਇਨ ਅਦਰ ਸੈਕਟਰਸ ਆਲਸੋ, ਜਿਵੇਂ HR ਕੰਸਲਟੈਂਸੀ ਆ। ਸੋ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੀ ਜਿਹੜੀ ਬ੍ਰੈਕਟ ਆ ਕੰਮ ਕਰਨ ਦੀ ਉਹ ਹੈਗੀ ਆ ਅਨਇੰਪਲੋਇਡ ਐਜੂਕੇਟਿਡ ਯੂਥ। ਦੈਟ ਇਜ਼ ਮਾਈ ਬ੍ਰੈਕਟ। ਇਸ ਬ੍ਰੈਕਟ 'ਤੇ ਮੈਂ ਕੰਮ ਕਰਨਾ। ਇਸੇ ਬ੍ਰੈਕਟ 'ਤੇ ਹੋਰ ਕੰਪਨੀਜ਼ ਆਉਣਗੀਆਂ ਕਿਉਂਕਿ ਸਾਰੇ ਬੱਚਿਆਂ ਦਾ ਇੰਟਰਸਟ ਇਕੱਲਾ IT 'ਚ ਨਹੀਂ ਹੋ ਸਕਦਾ। ਇਹਦੇ 'ਚ ਇੱਕ ਸ਼ਬਦ ਮੈਂ ਹਾਂ ਜੀ ਬਿਲਕੁਲ। ਹਾਂਜੀ, ਅਨਐਮਪਲੋਇਡ ਐਜੂਕੇਟਿਡ ਐਮਪਲੋਏਬਲ ਯੂਥ। ਇੰਪਲੋਏਬਲ ਅਸੀਂ ਟ੍ਰੇਨਿੰਗ ਕਰਕੇ ਬਣਾ ਲੈਣਾ ਨਾ। ਸੋ ਮੈਂ ਇਹ ਚਾਹੁੰਦੀ ਕਿ ਜਿਹੜਾ ਇੱਥੇ ਪੜ੍ਹ ਗਿਆ, ਗ੍ਰੈਜੂਏਸ਼ਨ ਕਰ ਲਈ ਜਿੰਨੇ, ਉਹ ਨਾ ਬਾਹਰ ਜਾਵੇ। ਸੋ ਆਈ ਵਾਂਟ ਟੂ ਵਰਕ ਔਨ ਦੈਟ ਬ੍ਰੈਕਟ। ਵਾਈਟ ਕਾਲਰ ਜੌਬਸ ਜਨਰੇਟ ਕਰਾਂਗੇ ਰੂਰਲ ਏਰੀਆਜ਼ ਦੇ ਵਿੱਚ, ਰਿਵਰਸ ਮਾਈਗ੍ਰੇਟ ਕਰਾਂਗੇ ਜਿੱਥੇ ਕਿ ਅਸੀਂ ਪਿੰਡ ਦੇ ਵਿੱਚ ਆਲਰੇਡੀ 120 ਦੀ ਐਗਜ਼ਾਮਪਲ ਅਸੀਂ ਸੈੱਟ ਕੀਤੀ। ਵਾਕਿੰਗ ਡਿਸਟੈਂਸ 'ਤੇ ਬੱਚਾ 50,000 ਸੈਲਰੀ ਲੈ ਸਕਦਾ, 30,000 ਸੈਲਰੀ ਲੈ ਸਕਦਾ, ਅਤੇ ਉਹਦੇ ਮੰਮੀ ਗਰਮ ਗਰਮ ਖਾਣਾ ਬਣਾ ਕੇ ਦੁਪਹਿਰੇ ਭੇਜ ਰਹੇ ਨੇ। ਸੋ ਉਸ ਤਰ੍ਹਾਂ ਦੀ ਚੀਜ਼ ਜਿਹੜੀ ਅਸੀਂ ਲੈ ਕੇ ਆਉਣਾ ਚਾਹੁੰਦੇ ਕਿ ਕੋਈ ਇਹ ਨਾ ਸੋਚੇ ਕਿ ਮੈਨੂੰ ਦੁਬਈ ਜਾਣਾ ਪਏਗਾ ਮਹੀਨੇ ਦਾ 30,000 ਘਰ ਭੇਜਣ ਲਈ। ਇਸ ਦੀ ਡਿਮਾਂਡ ਕਿੰਨੀ ਕੁ ਹੈ ਹੁਣ? ਕਿਉਂਕਿ ਸਭ ਤੋਂ ਪਹਿਲੇ ਗੱਲ ਡਿਮਾਂਡ ਸਪਲਾਈ ਦੀ ਆਉਂਦੀ ਹੈ। ਕਿੰਨੀ ਕੁ ਅੱਜ ਦੀ ਡੇਟ ਦੇ ਵਿੱਚ ਜਿਹੜਾ ਕੰਪਨੀਜ਼ ਨੂੰ ਜਾਂ ਇਸ ਤਰ੍ਹਾਂ ਦੀ ਕੰਪਨੀਜ਼ ਦੀ ਲੋੜ ਹੈ ਜਾਂ ਕੰਪਨੀ 'ਚ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ? IT ਇਜ਼ ਅ ਹਾਈਲੀ ਗਰੋਇੰਗ ਸੈਕਟਰ ਇੰਡੀਆ ਦੇ ਵਿੱਚ, ਤੇ ਹਜੇ 1% ਵੀ ਇਹਦੇ 'ਤੇ ਕੰਮ ਨਹੀਂ ਹੋਇਆ। ਇਟ ਇਜ਼ ਗੋਇੰਗ ਟੂ ਗਰੋ ਲਾਈਕ ਐਨੀਥਿੰਗ। ਐਂਡ ਸਾਡੀ ਜਿਹੜੀ IT ਸਰਵਿਸਿਜ਼ ਕੰਪਨੀ ਆ, ਇਟ ਇਜ਼ ਅ ਆਲ ਸਰਵਿਸਿਜ਼ ਅੰਡਰ ਵਨ ਅੰਬਰੇਲਾ, ਜਿਹਦੇ ਵਿੱਚ ਅਸੀਂ ਡਿਜੀਟਲ ਮਾਰਕੀਟਿੰਗ ਨੂੰ ਵੀ ਇਹਦੇ ਵਿੱਚ ਇੰਕਲੂਡ ਕੀਤਾ ਤਾਂ ਕਿ ਥੋੜ੍ਹੀਆਂ ਨਾਰਮਲ ਲੈਵਲ ਦੀਆਂ ਜੌਬਸ ਵੀ ਜਨਰੇਟ ਹੋ ਸਕਣ। ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਇੰਨੀ ਅੱਛੀ ਤਰ੍ਹਾਂ ਦੀ, ਉਹ ਕਮ ਸੇ ਕਮ ਡਿਜ਼ਾਈਨਿੰਗ ਦੇ ਵਿੱਚ ਜਿਹੜਾ ਉਹ ਜਾ ਸਕਣ। ਸੋ ਦਿਸ ਸੈਕਟਰ ਇਜ਼ ਗੋਇੰਗ ਟੂ ਗਰੋ ਫॉर years ਐਂਡ years। ਪੰਜਾਬ ਦੇ ਵਿੱਚ ਅੱਜ ਤੱਕ ਮੋਹਾਲੀ ਤੋਂ ਅੱਗੇ IT ਕੰਪਨੀ ਨਹੀਂ ਆਈ। ਕਿਸੇ ਨੇ ਨਹੀਂ ਕਦੀ ਸੋਚਿਆ, ਵੱਡੀਆਂ ਵੱਡੀਆਂ ਕੰਪਨੀਜ਼ ਨੂੰ ਸਾਡੀ ਐਜੂਕੇਸ਼ਨ 'ਤੇ ਟਰਸਟ ਨਹੀਂ ਆ, ਸਾਡੇ ਕੈਲੀਬਰ 'ਤੇ ਟਰਸਟ ਨਹੀਂ ਹੈ ਕਿ ਅਸੀਂ ਇੱਥੇ ਆ ਕੇ ਕੋਈ ਆਫਿਸ ਖੋਲ੍ਹ ਦੇ, ਸਮਝੋ ਕਿ ਵੱਡੇ ਵੱਡੇ ਅਸੀਂ ਨਾਮ ਲੈ ਲਈਏ। ਪਰ ਮੈਨੂੰ ਇਸ ਚੀਜ਼ ਦਾ ਬਹੁਤ ਡਰ ਆ। ਮੈਂ ਸਰ ਨਾਲ ਵੀ ਸ਼ੇਅਰ ਕੀਤਾ ਕਿ ਜੇ ਇੱਥੇ ਫਿਰ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਵੱਡੀਆਂ IT ਕੰਪਨੀਜ਼ ਆ ਗਈਆਂ ਤੇ ਉਹਨਾਂ ਨੇ ਆਪਣੇ ਆਫਿਸ ਖੋਲ੍ਹੇ ਤੇ ਇਹ ਤਰਾਸਦੀ ਹੋਏਗੀ ਪੰਜਾਬ ਲਈ। ਪੰਜਾਬ ਦੇ ਯੂਥ ਲਈ ਪਾਲਿਸੀ ਆਉਣੀ ਚਾਹੀਦੀ, ਪੰਜਾਬ ਦੀ ਪੰਚਾਇਤੀ ਰਾਜ ਲਈ ਪਾਲਿਸੀ ਆਉਣੀ ਚਾਹੀਦੀ, ਪੰਜਾਬ ਦੇ ਹਰ 100 ਕਿਲੋਮੀਟਰ ਤੋਂ ਬਾਅਦ 100 ਬੰਦਿਆਂ ਦੀ ਕੰਪਨੀ ਬਣਨੀ ਚਾਹੀਦੀ। ਸੋ ਅਸੀਂ ਇਹ ਨਹੀਂ ਦੇਖ ਰਹੇ ਕਿ ਨੰਬਰ ਆਫ ਪੀਪਲ ਕਿੰਨਿਆਂ ਨੂੰ ਜੌਬਸ ਮਿਲੇਗੀ, ਦੈਟ ਇਜ਼ ਸੈਕੰਡਰੀ। ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਨੰਬਰ ਆਫ ਪੀਪਲ ਕਿੰਨੇ ਹੋਣਗੇ ਜਿਹੜੇ ਕਿ ਗੁੱਡ ਸੈਲਰੀ ਅਰਨ ਕਰਨਗੇ, ਪਿੰਡ ਵਿੱਚ ਬੈਠੇ 50,000 1 ਲੱਖ ਰੁਪਇਆ ਲੈਣਗੇ। ਜਦੋਂ ਉਹੀ ਪੈਸੇ ਉਹਨਾਂ ਪਿੰਡਾਂ 'ਚ ਯੂਜ਼ ਹੋਣਗੇ, ਕਿਵੇਂ ਇੱਕ ਹੋਰ ਵਧੀਆ ਈਕੋਸਿਸਟਮ ਬਿਲਡ ਹੋਏਗਾ, ਸਾਡੀ ਇਕੋਨਮੀ 'ਚ, ਪੰਜਾਬ ਦੀ ਇਕੋਨਮੀ 'ਚ ਕਿਵੇਂ ਉਹਦਾ ਯੋਗਦਾਨ ਹੋਏਗਾ। ਮੈਮ, ਜਦੋਂ ਕੋਈ +2 ਤੋਂ ਬਾਅਦ ਕੋਈ ਕੋਰਸ ਕਰਦਾ ਹੈ ਤਾਂ ਨੈਚੁਰਲੀ ਪੈਸਾ ਵੀ ਬਹੁਤ ਲੱਗਦਾ, ਲੇਕਿਨ ਜੌਬਸ ਜਿਹੜੀਆਂ ਮਹਿਜ 15,000 ਤੱਕ ਰਹਿ ਜਾਂਦੀ ਹੈ। ਬਸ ਉਸੇ 'ਤੇ ਹੀ ਕੰਮ ਕਰ ਰਹੇ। ਮੈਂ ਨਹੀਂ ਚਾਹੁੰਦੀ ਕਿ ਮੇਰੀ ਕੰਪਨੀ 'ਚ ਕੋਈ ਆਵੇ ਤੇ 5 ਸਾਲ ਬਾਅਦ ਉਹ ਜਿਹੜਾ ਵਾ 15-20 ਹਜ਼ਾਰ 'ਤੇ ਕੰਮ ਕਰ ਰਿਹਾ ਹੋਵੇ। ਤੇ ਮੈਨੂੰ ਉਹਨਾਂ ਬੱਚਿਆਂ ਦੀ ਮਿਹਨਤ ਨੂੰ ਮੈਂ ਸਲੂਟ ਕਰਦੀ। ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਮੇਰੀ ਕੰਪਨੀ 'ਚ 10 ਸਾਲ 'ਚ ਅਜਿਹੀਆਂ ਉਦਾਹਰਨਾਂ ਬਣੀਆਂ ਨੇ ਕਿ ਜਿਨ੍ਹਾਂ ਨੇ ਬਿਲੋ 10,000 ਬਿਲੋ 20,000 ਸ਼ੁਰੂ ਕੀਤਾ
ਤੇ ਅੱਜ 70-80 ਹਜ਼ਾਰ ਆਰਾਮ ਨਾਲ ਇੱਥੋਂ ਲੈ ਰਹੇ ਨੇ। ਪਲੱਸ 5 ਈਅਰ ਜਿਹੜੇ ਬੱਚਿਆਂ ਨੂੰ ਮੇਰੀ ਕੰਪਨੀ 'ਚ ਹੋ ਗਏ, ਉਹਨਾਂ ਨੂੰ ਕੰਪਨੀ ਜਿਹੜੀ ਆ ਉਹ 10 ਲੱਖ ਦੀ ਇੰਸ਼ੋਰੈਂਸ ਦਿੰਦੀ ਆ, ਉਹਨਾਂ ਦੇ ਮੰਮੀ ਪਾਪਾ ਨੂੰ, ਉਹਨਾਂ ਦੇ ਬ੍ਰਦਰ ਸਿਸਟਰ ਨੂੰ, ਮੈਰਿਡ ਅਨਮੈਰਿਡ ਬੱਚਿਆਂ ਨੂੰ, ਵਾਈਫ ਨੂੰ। ਇਸ ਤਰ੍ਹਾਂ ਕੋਈ ਕੰਪਨੀ ਪੋਲਿਸੀ ਨਹੀਂ ਲੈ ਕੇ ਆਈ ਅਜੇ ਤੱਕ ਕਿ ਜਿਹੜੇ ਵਿੱਚ ਅਸੀਂ 10 ਲੱਖ ਦੀ ਇੰਸ਼ੋਰੈਂਸ ਇੱਕ EMPLOYEE ਦੀ ਫੈਮਿਲੀ ਨੂੰ ਦੇ ਰਹੇ ਤਾਂ ਕਿ ਉਹਦੇ ਪੈਸੇ ਉੱਥੇ ਵੀ ਯੂਜ਼ ਨਾ ਹੋਣ। ਲਾਸਟ ਕੁਐਸਚਨ, ਤੁਸੀਂ ਸਮਝਦੇ ਹੋ ਕਿ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਕੁਝ ਸਿਲੇਬਸ 'ਚ ਖਾਸ ਕਰਕੇ ਚੇਂਜਿੰਗ ਦੀ ਜ਼ਰੂਰਤ ਹੈ? ਹਾਂਜੀ, ਸਿਲੇਬਸ 'ਚ 101% ਚੇਂਜ ਦੀ ਜ਼ਰੂਰਤ ਆ ਤੇ ਸਪੈਸ਼ਲੀ ਜਿਹੜੀਆਂ ਸਮਝੋ ਪ੍ਰਾਈਵੇਟ ਯੂਨੀਵਰਸਿਟੀਜ਼ ਆ ਉਹ ਫਿਰ ਵੀ ਅਪਗ੍ਰੇਡਡ ਹੈਗੀਆਂ ਨੇ, ਬਟ ਜੇ ਅਸੀਂ ਸਰਕਾਰੀ ਲਗਾ ਲਈਏ ਜਾਂ ਜਿਹੜੀਆਂ ਗਵਰਨਮੈਂਟ ਬੋਡੀਜ਼ ਦੇ ਅੰਡਰ ਆ ਰਹੀਆਂ ਵਾ, ਵੀ ਨੀਡ ਟੂ ਵਰਕ ਅ ਲੋਟ ਔਨ ਸਿਲੇਬਸ। ਤੇ ਸ਼ਾਰਟ ਕੋਰਸਿਸ ਬੜੇ ਆ ਸਕਦੇ ਕਿਉਂਕਿ ਹੁਣ ਇਮੀਡੀਏਟ ਜੌਬਸ ਵਾਲਾ ਜਿਹੜਾ ਜ਼ਮਾਨਾ ਹੋ ਗਿਆ, ਹੁਣ ਉਹ ਜ਼ਮਾਨਾ ਨਹੀਂ ਕਿ ਪਹਿਲਾਂ 5 ਸਾਲ ਪੜ੍ਹੋ ਤੇ ਫਿਰ ਕੁਝ ਕਰੋ। ਨਾਓ ਯੂ ਕੈਨ ਈਜ਼ੀਲੀ ਕਿ 12th ਤੋਂ ਬਾਅਦ ਤੁਸੀਂ ਡਿਸਟੈਂਸ ਲਰਨਿੰਗ ਵੀ ਕਰ ਸਕਦੇ ਹੋ, ਇੱਕ ਪਰਟੀਕੂਲਰ ਕੋਰਸ ਕਰ ਸਕਦੇ ਹੋ ਐਂਡ ਯੂ ਕੈਨ ਈਜ਼ੀਲੀ ਅਰਨ ਗੁੱਡ ਅਮਾਊਂਟ ਆਫ ਮਨੀ। ਵੀ ਜਸਟ ਨੀਡ ਟੂ ਫੋਕਸ ਕਿ ਪੰਜਾਬ ਨੂੰ, ਠੀਕ ਹੈ ਇਟ ਇਜ਼ ਅ ਐਗਰੀਕਲਚਰ ਸਟੇਟ ਬਿਲਕੁਲ, ਬਟ ਜਿਹੜਾ IT ਆ ਉਹਨੇ ਐਗਰੀਕਲਚਰ ਵੀ ਬੜਾ ਉੱਪਰ ਲੈ ਕੇ ਜਾਣਾ। ਇਟ ਇਜ਼ ਲਾਈਕ ਅ ਫਾਈਨੈਂਸ ਡਿਪਾਰਟਮੈਂਟ, ਲਾਈਕ ਅ ਨਰਵਸ ਸਿਸਟਮ ਆਫ ਪੰਜਾਬ, ਜਿਹਦੇ ਵਿੱਚ ਸਿਰਫ ਹਰ ਸੈਕਟਰ ਦਾ ਫਾਇਦਾ ਨਹੀਂ ਹੋਣਾ, ਇਹਨੇ ਹਰ ਸੈਕਟਰ ਦਾ ਫਾਇਦਾ ਕਰਨਾ। ਇਹਨੇ ਲੌਜਿਸਟਿਕਸ ਨੂੰ ਉੱਪਰ ਚੁੱਕਣਾ, ਹਸਪੀਟਲਸ ਨੂੰ ਉੱਪਰ ਚੁੱਕਣਾ, ਹਸਪਿਟੈਲਿਟੀ ਨੂੰ ਉੱਪਰ ਚੁੱਕਣਾ। ਇਸੇ ਤਰ੍ਹਾਂ ਇਹਨੇ ਐਗਰੀਕਲਚਰ ਵਿੱਚ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਪਾਉਣਾ ਪੰਜਾਬ 'ਚ। ਸ਼ੁਕਰੀਆ। ਤਾਂ ਇਹ ਇੱਕ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ। ਇੱਕ ਮਾਡਲ ਵਾਸਤੇ ਅੱਜ ਲੋਕ ਦੇਖਣ ਵਾਸਤੇ ਆ ਰਹੇ ਨੇ, ਤਾਂ ਉਹਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਸਿਲੇਬਸ ਵੀ ਥੋੜ੍ਹੀ ਚੇਂਜਿੰਗ ਕਰੀਏ, ਕਿਉਂਕਿ ਜੋ ਅੱਜ ਕੱਲ੍ਹ ਦਾ ਸਿਲੇਬਸ ਹੈ ਉਹ ਮਹਿਜ ਉਸ ਤੋਂ ਬਾਅਦ ਅਗਰ ਕੋਈ ਬੰਦਾ +2 ਕਰਦਾ ਹੈ ਤਾਂ +2 ਤੋਂ ਬਾਅਦ ਜੌਬਸ ਜਿਹੜੀਆਂ ਨੇ ਘੱਟ ਸੈਲਰੀ 'ਤੇ ਮਿਲਦੀਆਂ ਨੇ, ਜਿਹਦੇ ਕਰਕੇ ਮਾਯੂਸੀ ਹੈ। ਅਤੇ ਦੂਸਰਾ ਮਕਸਦ ਇੱਕੋ ਹੀ ਹੈ ਕਿ ਜਿਹੜੇ ਬੱਚੇ ਵਿਦੇਸ਼ ਜਾ ਰਹੇ ਨੇ ਉਹਨਾਂ ਨੂੰ ਦੁਬਾਰਾ ਮਾਈਗ੍ਰੇਟ ਕਰਕੇ ਆਪਣੇ ਹੀ ਸ਼ਹਿਰ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਉਹ ਆਪਣੇ ਮਾਪੇ ਨਾਲ ਰਹਿ ਸਕਣ ਅਤੇ ਪੰਜਾਬ ਦੀ ਮਿੱਟੀ ਨਾਲ ਜੁੜ ਸਕਣ। ਤਾਂ ਬੀਰ ਦਵਿੰਦਰ ਰਾਣਾ ਵੱਲੋਂ ਵੀ ਅੱਜ ਕਿਹਾ ਗਿਆ ਹੈ ਕਿ ਉਹ ਉਸ ਮਾਡਲ ਨੂੰ ਵੇਖਣ ਵਾਸਤੇ ਪੁੱਜੇ ਨੇ ਤੇ ਉਹ ਚਾਹੁੰਦੇ ਨੇ ਕਿ ਇਸ ਦੇਸ਼ 'ਚ ਇਸ ਮਾਡਲ ਨੂੰ ਲਿਆਂਦਾ ਜਾਵੇ ਜਿਹਦੇ ਨਾਲ ਕਿ ਦੇਸ਼ ਤਰੱਕੀ ਦੀ ਰਾਹਾਂ 'ਤੇ ਜਾ ਸਕੇ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।